ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਗੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਦੇ ਕਈ ਤਰੀਕੇ ਜਾਣੋ ਕਿਵੇਂ ਆ ਸਕਦੇ ਹੋ। ਕੈਨੇਡਾ ਦੇ ਸੂਬੇ ਵਿੱਚ 1 ਲੱਖ ਤੋਂ ਵੱਧ ਘਰ ਬਣਾਉਣ ਦੀ ਯੋਜਨਾ 2030 ਤੱਕ ਰੱਖਿਆ ਇਸ ਦਾ ਟੀਚਾ। ਪ੍ਰਿੰਸ ਚਾਰਲਸ ਅਤੇ ਕੈਮਲਾ ਪਹੁੰਚੇ ਕੈਨੇਡਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਸਵਾਗਤ। ਮੈਰੀ ਸਾਈਮਨ ਦੀ ਪ੍ਰਿੰਸ ਨੂੰ ਅਪੀਲ, ਕਿਹਾ ਮੂਲ ਨਿਵਾਸੀਆਂ ਦੀ ਸੁਣੋ ਕਹਾਣੀ। ਕੈਨੇਡਾ ਵਿੱਚ ਦਾਖਲ ਹੋਣ ਦੇ ਕਈ ਤਰੀਕੇ ਨੇ। ਇਹਨਾਂ ਤਰੀਕਿਆਂ ਨਾਲ ਕੈਨੇਡਾ ਵਿੱਚ PR ਵੀ ਹਾਸਲ ਕੀਤੀ ਜਾ ਸਕਦੀ ਹੈ। ਵੱਖ-ਵੱਖ ਕੈਟੇਗਰੀਜ਼ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇੱਕ ਵਾਰ ਫਿਰ ਤੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਕਿਹੜੇ ਤਰੀਕੇ ਨਾਲ ਕੈਨੇਡਾ ਵਿੱਚ ਆਇਆ ਜਾ ਸਕਦਾ ਹੈ, ਕਿਹੜੀਆਂ ਕੈਟੇਗਰੀਜ਼ ਨੇ ਤੇ ਇਸ ਵਾਸਤੇ ਕੀ ਜ਼ਰੂਰੀ ਹੈ, ਤੁਹਾਨੂੰ ਇਹ ਡਿਟੇਲ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵਿੱਚ ਆਉਣ ਦੇ ਕਈ ਰਾਹ ਨੇ। ਕਈ ਕੈਟੇਗਰੀਜ਼ ਦੇ ਰਾਹੀਂ ਕੈਨੇਡਾ ਵਿੱਚ ਲੋਕ ਆਉਂਦੇ ਨੇ ਤੇ ਇੱਥੇ ਕਈਆਂ ਵੱਲੋਂ PR ਵੀ ਹਾਸਲ ਕੀਤੀ ਜਾਂਦੀ ਹੈ। ਕੈਨੇਡਾ ਵਿੱਚ ਆਉਣ ਦੇ ਕਿਹੜੇ ਤਰੀਕੇ ਨੇ, ਉਹ ਜਾਣਕਾਰੀ ਤੁਹਾਡੇ ਨਾਲ ਅਸੀਂ ਇਸ ਖਬਰ ਵਿੱਚ ਸਾਂਝੀ ਕਰਾਂਗੇ। ਪਹਿਲਾਂ ਦੱਸ ਦਈਏ ਕਿ ਇਮੀਗ੍ਰੇਸ਼ਨ ਵਿਭਾਗ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਜੁਲਾਈ ਮਹੀਨੇ ਤੋਂ ਹੀ ਵੱਡੇ ਡਰਾਅ ਮੁੜ ਤੋਂ ਕੱਢੇ ਜਾਣਗੇ, ਜਿਸ ਤੋਂ ਬਾਅਦ ਲੰਬੇ ਸਮੇਂ ਤੋਂ ਇੰਤਜ਼ਾਰ ਕਰਨ ਵਾਲੇ ਕੈਨੇਡੀਅਨਸ ਦੇ ਚਿਹਰੇ ਤੇ ਖੁਸ਼ੀ ਨਜ਼ਰ ਆ ਰਹੀ ਹੈ। ਹੁਣ ਤੁਹਾਨੂੰ ਦੱਸਦੇ ਹਾਂ ਕਿ ਕਿਹੜੀਆਂ ਕੈਟੇਗਰੀਜ਼ ਨਾਲ ਕੈਨੇਡਾ ਵਿੱਚ ਆਇਆ ਜਾ ਸਕਦਾ ਹੈ। ਸਭ ਤੋਂ ਵੱਡੀ ਕੈਟੇਗਰੀ ਹੈ ਇਕਨੋਮਿਕ ਕਲਾਸ। ਇਸ ਰਾਹੀਂ ਵੱਧ ਗਿਣਤੀ ਲੋਕ ਕੈਨੇਡਾ ਵਿੱਚ ਆਉਂਦੇ ਨੇ। ਇਸ ਅਧੀਨ ਆਉਂਦਾ ਹੈ ਐਕਸਪ੍ਰੈਸ ਐਂਟਰੀ, ਜਿੱਥੇ ਤੁਸੀਂ 3 ਪ੍ਰੋਗਰਾਮਸ ਰਾਹੀਂ ਕੈਨੇਡਾ ਵਿੱਚ ਆ ਸਕਦੇ ਹੋ। ਪਹਿਲਾ ਪ੍ਰੋਗਰਾਮ ਹੈ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਦੂਸਰਾ ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਤੇ ਤੀਸਰਾ ਕੈਨੇਡੀਅਨ ਐਕਸਪੀਰੀਅੰਸ ਕਲਾਸ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਵਾਸਤੇ ਜ਼ਰੂਰੀ ਹੈ ਕਿ ਐਪਲੀਕੈਂਟ ਸਪੈਸੀਫਿਕ ਲੈਂਗੁਏਜ, ਐਜੂਕੇਸ਼ਨ, ਵਰਕ ਐਕਸਪੀਰੀਅੰਸ ਇਹਨਾਂ ਚੀਜ਼ਾਂ ਨੂੰ ਪੂਰਾ ਕਰੇ। ਫੈਡਰਲ ਸਕਿਲਡ ਟ੍ਰੇਡਸ ਪ੍ਰੋਗਰਾਮ ਰਾਹੀਂ ਜ਼ਰੂਰੀ ਹੈ ਕਿ ਉਮੀਦਵਾਰ ਕੋਲ ਸਕਿਲਡ ਟ੍ਰੇਡ ਦਾ 2 ਸਾਲ ਦਾ ਤਜਰਬਾ ਜਾਂ ਫਿਰ ਅਪਲਾਈ ਕਰਨ ਤੋਂ ਪਹਿਲਾਂ 5 ਸਾਲ ਦਾ ਤਜਰਬਾ ਹੋਵੇ ਤੇ ਉਸ ਨੂੰ ਅੰਗਰੇਜ਼ੀ ਜਾਂ ਫਿਰ ਫ੍ਰੈਂਚ ਭਾਸ਼ਾ ਆਉਣੀ ਜ਼ਰੂਰੀ ਹੈ। ਕੈਨੇਡੀਅਨ ਐਕਸਪੀਰੀਅੰਸ ਕਲਾਸ ਰਾਹੀਂ ਉਹਨਾਂ ਉਮੀਦਵਾਰਾਂ ਨੂੰ ਮੌਕਾ ਮਿਲਦਾ ਹੈ ਜਿਹੜੇ ਪਹਿਲਾਂ ਹੀ 1 ਸਾਲ ਤੋਂ ਕੈਨੇਡਾ ਵਿੱਚ ਨੇ ਤੇ ਉਹਨਾਂ ਲਈ ਜ਼ਰੂਰੀ ਹੈ ਕਿ ਲੈਂਗੁਏਜ ਸਕਿੱਲਸ ਕ੍ਰਾਈਟੇਰੀਆ ਨੂੰ ਪੂਰਾ ਕਰਨ। ਇਸ ਤੋਂ ਬਾਅਦ ਇੱਕ ਤਰੀਕਾ ਹੈ ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ, ਜਿਸ ਰਾਹੀਂ ਵੱਖ-ਵੱਖ ਸੂਬੇ ਡਰਾਅ ਦਾ ਐਲਾਨ ਕਰਦੇ ਨੇ। ਜਿਹੜੇ ਉਮੀਦਵਾਰ ਜ਼ਰੂਰਤਾਂ ਨੂੰ ਪੂਰਾ ਕਰਨ, ਉਹਨਾਂ ਨੂੰ ਇਨਵੀਟੇਸ਼ਨ ਹਾਸਲ ਹੁੰਦਾ ਹੈ। ਇਸ ਤੋਂ ਅਗਲੀ ਕੈਟੇਗਰੀ ਹੈ ਫੈਮਿਲੀ ਕਲਾਸ। ਫੈਮਿਲੀ ਕਲਾਸ ਦੇ ਰਾਹੀਂ ਕਾਫੀ ਨਵੇਂ ਆਉਣ ਵਾਲੇ ਲੋਕ ਕੈਨੇਡਾ ਵਿੱਚ ਆਉਂਦੇ ਹਨ। ਇਸ ਦੇ 2 ਮੇਨ ਪਾਥਵੇਜ਼ ਹਨ, ਸਪਾਊਸ, ਪਾਰਟਨਰ ਅਤੇ ਚਿਲਡਰਨਸ ਪ੍ਰੋਗਰਾਮ। ਇਸ ਤੋਂ ਬਾਅਦ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ ਪ੍ਰੋਗਰਾਮ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸਪਾਊਸ ਐਂਡ ਪਾਰਟਨਰਸ ਦੀ। ਇਸ ਅਧੀਨ ਇਹ ਹੁੰਦਾ ਹੈ ਕਿ ਜਿਹੜੇ ਕੈਨੇਡਾ ਵਿੱਚ PR ਨੇ ਜਾਂ ਫਿਰ ਸਿਟੀਜ਼ਨ ਹਨ, ਉਹ ਆਪਣੇ ਸਪਾਊਸ ਨੂੰ ਸਪਾਂਸਰ ਕਰ ਸਕਦੇ ਨੇ। ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਇੱਥੇ ਸ਼ੋਅ ਕਰ ਦੇਣ ਕਿ ਉਹ ਆਪਣੇ ਸਪਾਊਸ ਦੀ ਜ਼ਿੰਮੇਵਾਰੀ ਇੱਥੇ ਚੱਕ ਸਕਦੇ ਨੇ। ਇਸ ਤੋਂ ਬਾਅਦ ਆਉਂਦਾ ਹੈ ਪੈਰੈਂਟਸ ਐਂਡ ਗ੍ਰੈਂਡ ਪੈਰੈਂਟਸ। ਕੈਨੇਡਾ ਵਿੱਚ ਜਿਹੜੇ ਸਿਟੀਜ਼ਨ ਜਾਂ ਫਿਰ PR ਨੇ, ਉਹ ਪੈਰੈਂਟਸ ਅਤੇ ਗ੍ਰੈਂਡ ਪੈਰੈਂਟਸ ਨੂੰ ਸਪਾਂਸਰ ਕਰ ਸਕਦੇ ਹਨ, ਪਰ ਇਸ ਵਾਸਤੇ ਜ਼ਰੂਰੀ ਹੁੰਦਾ ਹੈ ਕਿ ਕੁਝ ਸ਼ਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਤੋਂ ਬਾਅਦ ਅਗਲੀ ਕੈਟੇਗਰੀ ਹੈ ਰਿਫਿਊਜੀਜ਼ ਐਂਡ ਹਿਊਮੈਨਿਟੇਰੀਅਨ ਕਲਾਸ। ਕੈਨੇਡਾ ਵਿੱਚ ਹਰ ਸਾਲ ਕਾਫੀ ਅਸਾਈਲਮ ਸੀਕਰਸ ਨੂੰ ਇੱਥੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ। ਕੈਨੇਡਾ ਵੱਲੋਂ ਰੀਸੈਟਲਡ ਰਿਫਿਊਜੀਜ਼ ਜ਼ਰੀਏ ਵੀ ਕਈਆਂ ਨੂੰ ਇੱਥੇ ਰਹਿਣ ਦਾ ਮੌਕਾ ਦਿੱਤਾ ਜਾਂਦਾ ਹੈ, ਜੋ ਕਿ ਯੂਨਾਈਟਿਡ ਨੇਸ਼ਨਸ ਹਾਈ ਕਮਿਸ਼ਨ ਫਾਰ ਰਿਫਿਊਜੀਜ਼ ਅਧੀਨ ਹੈ। ਕੈਨੇਡਾ ਵਿੱਚ 1 ਲੱਖ ਤੋਂ ਵੱਧ ਘਰ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਹ ਜਾਣਕਾਰੀ ਸਸਕੈਚੁਆਨ ਤੋਂ ਸਾਹਮਣੇ ਆਈ, ਜਿੱਥੇ 8 ਸਾਲਾਂ ਵਿੱਚ 1 ਲੱਖ ਤੋਂ ਵੱਧ ਘਰ ਬਣਾਏ ਜਾਣਗੇ। ਇਹ ਟਾਰਗੇਟ 2030 ਤੱਕ ਰੱਖਿਆ ਗਿਆ ਤਾਂ ਕਿ ਜਿਹੜੀ ਆਬਾਦੀ ਹੈ ਉਸ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਕੈਨੇਡਾ ਦੇ ਇੱਕ ਸੂਬੇ ਵਿੱਚ 1,42,000 ਨਵੇਂ ਘਰਾਂ ਦੀ ਕਮੀ ਹੈ। ਇਹ ਜਾਣਕਾਰੀ ਸਸਕੈਚੁਆਨ ਤੋਂ ਸਾਹਮਣੇ ਆਈ, ਜਿੱਥੇ 2030 ਤੱਕ 1,42,000 ਨਵੇਂ ਘਰ ਬਣਾਏ ਜਾਣਗੇ। ਜੀ ਹਾਂ, ਇਸ ਸੂਬੇ ਵਿੱਚ 1 ਲੱਖ ਤੋਂ ਵੱਧ ਘਰਾਂ ਨੂੰ ਅਗਲੇ 8 ਸਾਲਾਂ ਤੱਕ ਬਣਾਇਆ ਜਾਵੇਗਾ ਤਾਂ ਕਿ ਸਸਕੈਚੁਆਨ ਦੀ ਆਬਾਦੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਇਸ ਬਾਰੇ ਸਸਕੈਚੁਆਨ ਹਾਊਸਿੰਗ ਕੋਟਨਮ ਨੈਟਵਰਕ ਵੱਲੋਂ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦੱਸਿਆ ਕਿ 2030 ਤੱਕ ਕਿੰਨੇ ਘਰਾਂ ਦੀ ਜ਼ਰੂਰਤ ਹੈ। ਦੱਸਿਆ ਗਿਆ ਕਿ 30 ਸਾਲਾਂ ਤੱਕ 98,000 ਯੂਨਿਟਸ ਬਣਾਏ ਗਏ, ਜੋ ਕਿ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਕਾਫੀ ਨਹੀਂ ਨੇ। ਹੁਣ ਮੌਜੂਦਾ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਹੀ ਸੂਬੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ 2030 ਤੱਕ 1 ਲੱਖ ਤੋਂ ਵੱਧ ਘਰ ਬਣਾਏ ਜਾਣੇ ਜ਼ਰੂਰੀ ਨੇ ਤੇ ਇਸ ਸੰਬੰਧੀ ਹੁਣ ਸੂਬੇ ਵੱਲੋਂ
ਕਦਮ ਵੀ ਚੁੱਕਿਆ ਜਾ ਰਿਹਾ ਹੈ। ਆਉਣ ਵਾਲੇ ਦਿਨਾਂ ਵਿੱਚ ਇਸ ਬਾਰੇ ਹੋਰ ਵੀ ਡਿਟੇਲ ਦਿੱਤੀ ਜਾਏਗੀ, ਪਰ ਇਹ ਯੋਜਨਾ ਜ਼ਰੂਰ ਸਾਂਝੀ ਕੀਤੀ ਗਈ, ਜਿਸ ਵਿੱਚ ਦੱਸਿਆ ਗਿਆ ਕਿ 8 ਸਾਲਾਂ ਤੱਕ ਇੱਥੇ 1,41,000 ਨਵੇਂ ਘਰ ਬਣਾਏ ਜਾਣਗੇ। ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਨੇਡਾ ਦੌਰੇ ਦੇ ਉੱਪਰ ਪਹੁੰਚੇ ਹੋਏ ਨੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਕੀ ਕਿਹਾ ਉਹਨਾਂ ਨੇ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਪ੍ਰਿੰਸ ਚਾਰਲਸ ਅਤੇ ਕੈਮਿਲਾ ਇਨੀ ਦਿਨੀ ਕੈਨੇਡਾ ਦੌਰੇ ਤੇ ਨੇ। ਉਹਨਾਂ ਵੱਲੋਂ 3 ਦਿਨਾਂ ਕੈਨੇਡਾ ਦੌਰੇ ਦੀ ਸ਼ੁਰੂਆਤ ਕਰ ਲਈ ਗਈ ਹੈ। ਦੱਸ ਦਈਏ ਕਿ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਅੱਜ ਨਿਊ ਫਾਊਂਡਲੈਂਡ ਐਂਡ ਲੈਬਰਾਡੋਰ ਪ੍ਰੋਵਿੰਸ ਦੇ ਸੇਂਟ ਜੌਨਸ ਤੋਂ ਆਪਣੇ ਕੈਨੇਡਾ ਦੌਰੇ ਦੀ ਸ਼ੁਰੂਆਤ ਕਰ ਰਹੇ ਨੇ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਸ਼ਾਹੀ ਜੋੜੇ ਦੇ ਸਵਾਗਤ ਵਾਸਤੇ ਸੇਂਟ ਜੌਨਸ ਪਹੁੰਚੇ। ਇੱਥੇ ਉਹਨਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਗਈ, ਜਿੱਥੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਕੈਨੇਡਾ ਵਿੱਚ ਬ੍ਰਿਟਿਸ਼ ਰਾਜਸ਼ਾਹੀ ਦਾ ਵਿਰੋਧ ਕਰਨ ਵਾਲੀਆਂ ਭਾਵਨਾਵਾਂ ਬਹੁਤ ਸੁਣਨ ਨੂੰ ਨਹੀਂ ਮਿਲੀਆਂ। ਇਸ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਵੀ ਸਵਾਲ ਪੁੱਛਿਆ ਗਿਆ ਕਿ ਕੀ ਸ਼ਾਹੀ ਜੋੜੇ ਨੂੰ ਵੀ ਰੈਜ਼ੀਡੈਂਸ਼ੀਅਲ ਸਕੂਲ ਦੇ ਸੰਬੰਧ ਵਿੱਚ ਮੁਆਫੀ ਮੰਗਣੀ ਚਾਹੀਦੀ ਹੈ, ਤਾਂ ਇਸ ਸਵਾਲ ਦਾ ਜਵਾਬ ਦਿੰਦਿਆਂ ਟਰੂਡੋ ਨੇ ਸਪਸ਼ਟ ਸ਼ਬਦਾਂ ਵਿੱਚ ਕੁਝ ਵੀ ਨਹੀਂ ਕਿਹਾ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਦੌਰਾਨ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। I think one of the things that we're looking forward to welcoming the Prince and the Duchess today and over the next coming days is an opportunity for them to hear from and meet with all sorts of Canadians from different backgrounds, including Indigenous Canadians, to talk about the things that we continue to need to work on, including on reconciliation. Reconciliation has been a fundamental priority for this government for ever since we got elected, and there are many things that we all have to work on together, but we know it's not just about government and Indigenous people, it's about everyone doing their part, and that's certainly a reflection that everyone's going to be happy. ਕੈਨੇਡਾ ਦੀ ਗਵਰਨਰ ਜਨਰਲ ਵੱਲੋਂ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਨੂੰ ਅਪੀਲ ਕੀਤੀ ਗਈ। ਮੈਰੀ ਸਾਈਮਨ ਕਹਿੰਦੇ ਨੇ ਕਿ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਨੂੰ ਇੰਡੀਜੀਅਸ ਭਾਈਚਾਰੇ ਦੇ ਲੋਕਾਂ ਨਾਲ ਮੁਲਾਕਾਤ ਕਰਨੀ ਚਾਹੀਦੀ ਹੈ ਤੇ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਨੇ। ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਕੈਨੇਡਾ ਦੌਰੇ ਉੱਪਰ ਆਏ ਹੋਏ ਨੇ। ਇਸ ਮੌਕੇ ਗਵਰਨਰ ਜਨਰਲ ਵੱਲੋਂ ਇਹਨਾਂ ਕੋਲੋਂ ਖਾਸ ਮੰਗ ਕੀਤੀ ਗਈ ਹੈ। ਮੈਰੀ ਸਾਈਮਨ ਦਾ ਕਹਿਣਾ ਹੈ ਕਿ ਪ੍ਰਿੰਸ ਅਤੇ ਉਹਨਾਂ ਦੀ ਪਤਨੀ ਇੰਡੀਜੀਅਸ ਲੋਕਾਂ ਨਾਲ ਮੁਲਾਕਾਤ ਕਰਨ ਅਤੇ ਉਹਨਾਂ ਦੀਆਂ ਕਹਾਣੀਆਂ ਸੁਣਨ। ਦੱਸ ਦਈਏ ਕਿ ਗਵਰਨਰ ਜਨਰਲ ਵੱਲੋਂ ਇਹ ਵਿਚਾਰ ਉਸ ਮੌਕੇ ਸਾਂਝੇ ਕੀਤੇ ਗਏ, ਜਿਸ ਵੇਲੇ ਉਹਨਾਂ ਵੱਲੋਂ ਪ੍ਰਿੰਸ ਚਾਰਲਸ ਅਤੇ ਉਹਨਾਂ ਦੀ ਪਤਨੀ ਦਾ ਸਵਾਗਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਵੈਂਟ ਦੇ ਵਿੱਚ ਉਹ ਬੋਲੇ ਤੇ ਉਹਨਾਂ ਕਿਹਾ ਕਿ ਪ੍ਰਿੰਸ ਅਤੇ ਉਹਨਾਂ ਦੀ ਪਤਨੀ ਨੂੰ ਇੰਡੀਜੀਅਸ ਲੋਕਾਂ ਨਾਲ ਮੁਲਾਕਾਤ ਕਰ ਉਹਨਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਹਨ। ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Your visit to Canada will take you to a few communities, including Canada's north. I encourage you to speak to Indigenous peoples, to hear their stories, their successes, and their solutions, and to encourage you to learn the truth of our history, the good and the bad. In this way, we will promote healing, understanding, and respect. And in this way, we will also promote reconciliation, which is not one act or project, nor does it have an end date. It's a lifelong commitment to learning about Indigenous communities and about their lives' lived realities. It's more important than ever to engage in dialogue, particularly as we face global challenges such as the ongoing pandemic, the heartbreaking war in Ukraine, or climate change, which is having a devastating impact to our land and way of life, including in the Arctic, where increased melting ice is causing water levels to rise. We're stronger when we recognize our diverse voices and when we create safe spaces where those voices are heard. ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਮੇਂ ਗੈਸ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ। ਕਈ ਥਾਵਾਂ ਤੇ ਗੈਸ ਦੀਆਂ ਕੀਮਤਾਂ $2 ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਜਾ ਰਹੀਆਂ ਨੇ। ਮਾਹਰ ਕਹਿੰਦੇ ਨੇ ਕਿ ਇਹਨਾਂ ਵਿੱਚ ਅਜੇ ਛੇਤੀ ਕਮੀ ਨਹੀਂ ਆਏਗੀ। ਦੱਸ ਦਈਏ ਕਿ ਇਹ ਰਿਕਾਰਡ ਤੋੜ ਵਾਧਾ ਇਹਨਾਂ ਗੈਸ ਦੀਆਂ ਕੀਮਤਾਂ ਵਿੱਚ ਦਰਜ ਕੀਤਾ ਗਿਆ। ਕੈਨੇਡਾ ਵਿੱਚ ਗੈਸ ਦੀਆਂ ਕੀਮਤਾਂ ਇੱਕ ਵਾਰ ਫਿਰ ਤੋਂ ਰਿਕਾਰਡ ਪੱਧਰ ਦੇ ਉੱਪਰ ਪਹੁੰਚੀਆਂ ਨੇ। ਕਈ ਥਾਵਾਂ ਤੇ ਗੈਸ ਦੀਆਂ ਕੀਮਤਾਂ $2 ਪ੍ਰਤੀ ਲੀਟਰ ਦੇ ਹਿਸਾਬ ਨਾਲ ਦੇਖਣ ਨੂੰ ਮਿਲ ਰਹੀਆਂ ਨੇ, ਜੋ ਕਿ ਕੈਨੇਡਾ ਵਿੱਚ ਪਹਿਲੀ ਵਾਰ ਹੋਇਆ ਹੈ। ਇਸ ਸਮੇਂ ਗੈਸ ਦੀਆਂ ਕੀਮਤਾਂ ਨੂੰ ਲੈ ਕੇ ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ, ਮਾਹਰ ਕਹਿੰਦੇ ਨੇ ਕਿ ਇਹਨਾਂ ਕੀਮਤਾਂ ਵਿੱਚ ਜਲਦ
ਗਿਰਾਵਟ ਦਰਜ ਨਹੀਂ ਕੀਤੀ ਜਾ ਸਕੇਗੀ। ਇਸ ਬਾਰੇ ਨੈਚੁਰਲ ਰਿਸੋਰਸਿਸ ਕੈਨੇਡਾ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਹਨਾਂ ਕਿਹਾ ਕਿ ਇੱਥੇ ਰੈਗੂਲਰ ਗੈਸੋਲੀਨ $2.6 ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲ ਰਹੀ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਦੱਸਿਆ ਜਾ ਰਿਹਾ ਹੈ। ਗੈਸ ਦੀਆਂ ਕੀਮਤਾਂ ਵਿੱਚ 9 ਸੈਂਟਸ ਦਾ ਉਛਾਲ ਦਰਜ ਕੀਤਾ ਗਿਆ। ਪਿਛਲੇ ਹਫ਼ਤੇ ਇਹ ਕੀਮਤਾਂ $1.97 ਪ੍ਰਤੀ ਲੀਟਰ ਦੇ ਹਿਸਾਬ ਨਾਲ ਦਰਜ ਕੀਤੀਆਂ ਗਈਆਂ ਸਨ। ਵੈਨਕੂਵਰ ਵਿੱਚ ਇਹ ਕੀਮਤਾਂ $2.34, ਟੋਰਾਂਟੋ ਵਿੱਚ $2.9, ਐਡਮਿੰਟਨ ਵਿੱਚ $1.69 ਦੇ ਹਿਸਾਬ ਨਾਲ ਦੱਸੀਆਂ ਜਾ ਰਹੀਆਂ ਹਨ। ਦੱਸੀਏ ਕਿ ਯੂਕਰੇਨ ਅਤੇ ਰਸ਼ੀਆ ਵਿਚਕਾਰ ਜਿਹੜੀ ਜੰਗ ਲੱਗੀ ਹੋਈ ਹੈ, ਉਸ ਕਾਰਨ ਹੀ ਵੱਖ-ਵੱਖ ਥਾਵਾਂ ਤੇ ਇਹਨਾਂ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਜਿਹਾ ਸਿਰਫ ਕੈਨੇਡਾ ਵਿੱਚ ਹੀ ਨਜ਼ਰ ਨਹੀਂ ਆ ਰਿਹਾ, ਬਲਕਿ ਬਾਕੀ ਦੇਸ਼ਾਂ ਦੇ ਵਿੱਚ ਵੀ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ। ਬਾਕੀ ਦੇਸ਼ਾਂ ਵਿੱਚ ਵੀ ਲਗਾਤਾਰ ਗੈਸ ਦੀਆਂ ਕੀਮਤਾਂ ਆਸਮਾਨ ਛੂ ਰਹੀਆਂ ਹਨ। ਕੈਨੇਡਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੱਖ-ਵੱਖ ਸੂਬਿਆਂ ਦੇ ਮੁਕਾਬਲੇ ਬ੍ਰਿਟਿਸ਼ ਕੋਲੰਬੀਆ ਸੂਬਾ ਇਸ ਸਮੇਂ ਉਹ ਹੈ ਜਿੱਥੇ ਸਭ ਤੋਂ ਵੱਧ ਗੈਸ ਦੀਆਂ ਕੀਮਤਾਂ ਦਰਜ ਕੀਤੀਆਂ ਜਾ ਰਹੀਆਂ ਹਨ। ਇਹ ਵੀ ਪਿਛਲੇ ਦਿਨੀ ਜਾਣਕਾਰੀ ਸਾਹਮਣੇ ਆਈ ਸੀ ਕਿ ਕੁਝ ਡਰਾਈਵਰਸ ਬਾਰਡਰ ਪਾਰ ਜਾ ਕੇ ਗੈਸ ਪਵਾਉਂਦੇ ਹੋਏ ਦਿਖਾਈ ਦੇ ਰਹੇ ਨੇ। ਨਸ਼ਾ ਕਰਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ। 3 ਜਾਣੇ ਗ੍ਰਿਫਤਾਰ ਕੀਤੇ ਗਏ, ਜਿਨ੍ਹਾਂ ਵਿੱਚ ਪੰਜਾਬੀਆਂ ਦੇ ਨਾਮ ਵੀ ਸਾਹਮਣੇ ਆਏ ਨੇ। ਪੁਲਿਸ ਨੇ ਜਾਣਕਾਰੀ ਸਾਂਝੀ ਕਰਦਿਆਂ ਇਹਨਾਂ ਦੀ ਪਹਿਚਾਣ ਵੀ ਜਨਤਕ ਕੀਤੀ ਹੈ। ਦੱਸਿਆ ਜਾ ਰਿਹਾ ਕਿ ਇਹਨਾਂ ਉੱਪਰ ਚਾਰਜਸ ਵੀ ਲਗਾਏ ਗਏ। ਕੈਨੇਡਾ ਦੇ ਇੱਕ ਸੂਬੇ ਤੋਂ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਮਾਮਲੇ ਵਿੱਚ ਪੰਜਾਬੀਆਂ ਦੇ ਨਾਮ ਸਾਹਮਣੇ ਆਏ ਨੇ। ਪੁਲਿਸ ਵੱਲੋਂ ਕਾਰਵਾਈ ਕਰਦਿਆਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਹਨਾਂ ਉੱਪਰ ਚਾਰਜਸ ਵੀ ਲਗਾਏ ਜਾ ਚੁੱਕੇ ਨੇ। ਇਹ ਮਾਮਲਾ ਓਨਟਾਰੀਓ ਨਾਲ ਜੁੜਿਆ ਦੱਸਿਆ ਜਾ ਰਿਹਾ ਹੈ, ਜਿੱਥੇ ਓਨਟਾਰੀਓ ਪੁਲਿਸ ਵੱਲੋਂ ਇਸ ਦੀ ਡਿਟੇਲ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਇਸ ਮਾਮਲੇ ਨਾਲ ਸੰਬੰਧਿਤ 3 ਜਾਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਤਿੰਨਾਂ ਵਿੱਚੋਂ 2 ਜਾਣੇ ਬ੍ਰੈਂਪਟਨ ਅਤੇ ਇੱਕ ਮਿਸੀਸਾਗਾ ਨਾਲ ਸੰਬੰਧਿਤ ਦੱਸਿਆ ਗਿਆ। ਇਹਨਾਂ ਤਿੰਨਾਂ ਜਾਣਿਆਂ ਉੱਪਰ ਪੁਲਿਸ ਵੱਲੋਂ ਚਾਰਜਸ ਵੀ ਲਗਾਏ ਗਏ ਨੇ। ਇਸ ਦੀ ਵਧੇਰੇ ਡਿਟੇਲ ਸਾਂਝੀ ਕਰਦਿਆਂ ਓਨਟਾਰੀਓ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਇਹਨਾਂ ਦੇ ਨਾਮ ਅਜੇਪਾਲ ਸਿੰਘ ਪਰਮਾਰ, ਜਿਸ ਦੀ ਉਮਰ 26 ਸਾਲ ਦੇ ਕਰੀਬ, ਤੇਜਾ ਸਿੰਘ ਮਾਨ, ਜਿਸ ਦੀ ਉਮਰ 64 ਸਾਲ ਦੇ ਕਰੀਬ, ਨਾਡਿਆ ਰਵਾਜ, ਜਿਸ ਦੀ ਉਮਰ 38 ਸਾਲ ਦੇ ਕਰੀਬ ਦੱਸੀ ਗਈ। ਇਹਨਾਂ ਨੂੰ ਗ੍ਰਿਫਤਾਰ ਕਰਦਿਆਂ ਚਾਰਜ ਕੀਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਇਹਨਾਂ ਤਿੰਨਾਂ ਜਾਣਿਆਂ ਦੇ ਲਾਇਸੈਂਸ ਦੇ 90 ਦਿਨਾਂ ਦੇ ਵਾਸਤੇ ਰੋਕ ਲਗਾ ਦਿੱਤੀ ਗਈ ਹੈ ਤੇ ਜਲਦ ਇਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਣਾ ਹੈ। ਈਰਾਨ ਦੀ ਸਾਕਰ ਟੀਮ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ, ਜਿੱਥੇ ਉਹਨਾਂ ਨੇ ਇਸ ਨੂੰ ਗਲਤ ਦੱਸਿਆ। ਇਸ ਬਾਰੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਿੱਪਣੀ ਕੀਤੀ ਹੈ। ਕੀ ਕਹਿਣਾ ਹੈ ਉਹਨਾਂ ਦਾ, ਆਓ ਤੁਹਾਨੂੰ ਸੁਣਾਉਂਦੇ ਹਾਂ। ਈਰਾਨ ਦੀ ਸਾਕਰ ਟੀਮ ਨੂੰ ਬੁਲਾਉਣ ਦੇ ਸੰਬੰਧ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਸ ਨੂੰ ਵਧੀਆ ਆਈਡੀਆ ਨਹੀਂ ਦੱਸਿਆ ਗਿਆ। ਇਸ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਜੋ ਕੈਨੇਡਾ ਅਤੇ ਈਰਾਨ ਵਿਚਕਾਰ ਅਗਲੇ ਮਹੀਨੇ ਵੈਨਕੂਵਰ ਵਿੱਚ ਸਾਕਰ ਫ੍ਰੈਂਡਲੀ ਹੈ, ਉਹ ਇਲ ਐਡਵਾਈਜ਼ਡ ਹੈ। ਉਹਨਾਂ ਕਿਹਾ ਕਿ ਇਸ ਬਾਰੇ ਆਰਗੇਨਾਈਜ਼ਰਸ ਨੂੰ ਦੱਸਣਾ ਹੋਵੇਗਾ। ਇਸ ਮੌਕੇ ਉਹਨਾਂ ਨੇ ਹੋਰ ਕੀ ਕਿਹਾ, ਆਓ ਤੁਹਾਨੂੰ ਸੁਣਾਉਂਦੇ ਹਾਂ ਪ੍ਰਧਾਨ ਮੰਤਰੀ ਦੀ ਹੀ ਜ਼ੁਬਾਨੀ। This was a choice by Sport Canada, by Soccer Canada. I think it wasn't a very good idea to invite the Iranian soccer team here to Canada, but that's something that the organisers are going to have to explain. ਕੈਨੇਡਾ ਵੱਲੋਂ ਰੂਸ ਖਿਲਾਫ ਇੱਕ ਵਾਰ ਫਿਰ ਤੋਂ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ, ਜਿੱਥੇ ਕਈਆਂ ਦੀ ਆਮਦ ਉੱਪਰ ਰੋਕ ਲਗਾਈ ਜਾਏਗੀ, ਜਿਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਕਈ ਹੋਰ ਰਸ਼ੀਆ ਨਾਲ ਸੰਬੰਧਿਤ ਦਾਖਲ ਨਹੀਂ ਹੋ ਸਕਣਗੇ। ਉਹਨਾਂ ਉੱਪਰ ਬੈਨ ਲਗਾਇਆ ਜਾ ਰਿਹਾ ਹੈ। ਕੈਨੇਡਾ ਵੱਲੋਂ ਰੂਸ ਖਿਲਾਫ ਇੱਕ ਹੋਰ ਵੱਡਾ ਕਦਮ ਚੁੱਕਿਆ ਜਾ ਰਿਹਾ ਹੈ, ਜਿੱਥੇ ਕਈ ਰਸ਼ੀਅਨਸ ਦੇ ਉੱਪਰ ਦਾਖਲੇ ਸੰਬੰਧੀ ਰੋਕ ਲਗਾਈ ਜਾ ਰਹੀ ਹੈ, ਜਿਸ ਦਾ ਮਤਲਬ ਹੈ ਕਿ ਕਈ ਰਸ਼ੀਅਨ ਨੈਸ਼ਨਲਸ ਹੁਣ ਕੈਨੇਡਾ ਵਿੱਚ ਦਾਖਲ ਨਹੀਂ ਹੋ ਸਕਣਗੇ। ਇਸ ਦਾ ਐਲਾਨ ਪਬਲਿਕ ਸੇਫਟੀ ਮਿਨਿਸਟਰ ਵੱਲੋਂ ਕੀਤਾ ਗਿਆ, ਜਿਸ ਦੌਰਾਨ ਉਹਨਾਂ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਜਾਣਕਾਰੀ ਮੁਤਾਬਕ ਕੈਨੇਡਾ ਸਰਕਾਰ ਵੱਲੋਂ ਵੀ ਉਹਨਾਂ ਵੈਸਟਰਨ ਐਲਾਈਜ਼ ਨੂੰ ਜੁਆਇਨ ਕਰ ਲਿਆ ਗਿਆ, ਜਿਨ੍ਹਾਂ ਵੱਲੋਂ 1000 ਤੋਂ ਵੱਧ ਵਿਅਕਤੀਆਂ ਉੱਪਰ ਰੋਕ ਲਗਾਈ ਜਾ ਰਹੀ ਹੈ। ਤਾਜ਼ਾ ਐਲਾਨ ਮੁਤਾਬਕ ਜਿਨ੍ਹਾਂ ਉੱਪਰ ਰੋਕ ਲਗਾਈ ਗਈ, ਉਹਨਾਂ ਨੂੰ ਬਾਰਡਰ ਰਾਹੀਂ ਦਾਖਲ ਹੋਣ ਦੀ ਇਜਾਜ਼ਤ ਨਹੀਂ ਹੋਏਗੀ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਉਹਨਾਂ ਦਾ ਦਾਖਲਾ ਰੋਕ ਦਿੱਤਾ ਜਾਵੇਗਾ। ਜਾਣਕਾਰੀ ਲਈ ਦੱਸੀਏ ਕਿ ਇਸ ਤੋਂ ਪਹਿਲਾਂ ਰੂਸ ਨੇ ਵੀ ਕਈ ਕੈਨੇਡਾ ਨਾਲ ਸੰਬੰਧਿਤ ਲੀਡਰਸ ਉੱਪਰ ਦਾਖਲੇ ਦੀ ਰੋਕ ਲਗਾਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਐਨਡੀਪੀ ਲੀਡਰ ਜਗਮੀਤ ਸਿੰਘ ਦੀ ਐਂਟਰੀ ਉੱਪਰ ਵੀ ਬੈਨ ਲਗਾਇਆ ਜਾ ਚੁੱਕਿਆ। ਦੱਸਣਯੋਗ ਹੈ ਕਿ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਯੂਕਰੇਨ ਅਤੇ ਰਸ਼ੀਆ ਵਿਚਕਾਰ ਅਜੇ ਵੀ ਜੰਗ ਲੱਗੀ ਹੋਈ ਹੈ। ਲਗਾਤਾਰ ਰੂਸ ਉੱਪਰ ਵੱਖ-ਵੱਖ ਦੇਸ਼ ਦਬਾਅ ਬਣਾ ਰਹੇ ਹਨ ਕਿ ਉਹ ਜੰਗ ਨੂੰ ਖਤਮ ਕਰ ਦੇਣ, ਪਰ ਅਜਿਹਾ ਹੁੰਦਾ
ਫਿਲਹਾਲ ਦਿਖਾਈ ਨਹੀਂ ਦੇ ਰਿਹਾ। ਗਨ ਵਾਇਲੈਂਸ ਤੋਂ ਕਈ ਕੈਨੇਡੀਅਨਸ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕਾਫੀ ਵਾਧਾ ਹੋ ਚੁੱਕਿਆ ਹੈ। ਦਰਅਸਲ ਅੰਗਸ ਰੀਡ ਇੰਸਟੀਚਿਊਟ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਜਾਣਕਾਰੀ ਸਾਹਮਣੇ ਆਈ ਹੈ ਕਿ ਵੱਧ ਕੈਨੇਡੀਅਨਸ ਨੂੰ ਹੁਣ ਗਨ ਵਾਇਲੈਂਸ ਸੰਬੰਧੀ ਚਿੰਤਾ ਸਤਾ ਰਹੀ ਹੈ। ਇਸ ਦੀ ਕੀ ਜਾਣਕਾਰੀ ਹੈ, ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬਹੁਤ ਸਾਰੇ ਕੈਨੇਡੀਅਨਸ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹਨ ਕਿ ਵੱਖ-ਵੱਖ ਥਾਵਾਂ ਤੇ ਗਨ ਵਾਇਲੈਂਸ ਵੱਧ ਰਹੀ ਹੈ। ਇਸ ਬਾਰੇ ਅੰਗਸ ਰੀਡ ਇੰਸਟੀਚਿਊਟ ਵੱਲੋਂ ਇੱਕ ਸਰਵੇ ਕਰਵਾਇਆ ਗਿਆ, ਜਿਸ ਵਿੱਚ ਪਤਾ ਚੱਲਿਆ ਕਿ ਜ਼ਿਆਦਾਤਰ ਕੈਨੇਡੀਅਨਸ ਨੂੰ ਗਨ ਵਾਇਲੈਂਸ ਸੰਬੰਧੀ ਚਿੰਤਾ ਸਤਾ ਰਹੀ ਹੈ। ਇਸ ਪੋਲ ਵਿੱਚ 5000 ਕੈਨੇਡੀਅਨਸ ਨੂੰ ਸ਼ਾਮਿਲ ਕੀਤਾ ਗਿਆ। 43% ਕੈਨੇਡੀਅਨਸ ਮੰਨਦੇ ਨੇ ਕਿ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਖੇਤਰਾਂ ਵਿੱਚ ਗਨ ਵਾਇਲੈਂਸ ਵੱਧ ਗਈ ਹੈ। 51% ਕਹਿੰਦੇ ਨੇ ਕਿ ਇਹ ਪਹਿਲਾਂ ਦੀ ਤਰ੍ਹਾਂ ਹੀ ਹੈ, ਜਾਣੀ ਕਿ ਉਹਨਾਂ ਵੱਲੋਂ ਗਨ ਵਾਇਲੈਂਸ ਨੂੰ ਪਹਿਲਾਂ ਵਾਂਗ ਹੀ ਦੱਸਿਆ ਗਿਆ। 6% ਦਾ ਕਹਿਣਾ ਹੈ ਕਿ ਪਹਿਲਾਂ ਦੇ ਮੁਕਾਬਲੇ ਇਹ ਘੱਟ ਹੋ ਰਹੀ ਹੈ। 60% ਇਸ ਪੋਲ ਰਾਹੀਂ ਕਹਿੰਦੇ ਨੇ ਕਿ ਗਨ ਵਾਇਲੈਂਸ ਵੱਖ-ਵੱਖ ਸੂਬਿਆਂ ਵਿੱਚ ਵੱਧ ਰਹੀ ਹੈ। ਕਿਊਬਿਕ ਤੋਂ ਇਹ ਅੰਕੜਾ 75%, ontario ਤੋਂ 66% ਦਾ ਸਾਹਮਣੇ ਆਇਆ। 46% ਕੈਨੇਡੀਅਨਸ ਮੰਨਦੇ ਨੇ ਕਿ ਅਰਬਨ ਏਰੀਆਜ਼ ਵਿੱਚ ਗਨ ਵਾਇਲੈਂਸ ਵਧੀ, ਜਦਕਿ 29% ਦਾ ਮੰਨਣਾ ਹੈ ਕਿ ਇਸ ਦਾ ਵਾਧਾ ਰੂਰਲ ਕਮਿਊਨਿਟੀਜ਼ ਵਿੱਚ ਹੋਇਆ। ਮੌਂਟਰੀਅਲ ਵਿੱਚ 65%, ਹੈਲੀਫੈਕਸ ਵਿੱਚ 56%, ਟੋਰਾਂਟੋ 'ਚ 54% ਇਹ ਮੰਨਦੇ ਨੇ ਕਿ ਉਹਨਾਂ ਦੇ ਸ਼ਹਿਰਾਂ ਵਿੱਚ ਗਨ ਵਾਇਲੈਂਸ ਪਹਿਲਾਂ ਦੇ ਮੁਕਾਬਲੇ ਵੱਧ ਹੋਈ ਹੈ। ਇੱਥੇ ਜਾਣਕਾਰੀ ਲਈ ਇਹ ਵੀ ਦੱਸ ਦਈਏ ਕਿ ਸਾਲ 2020 ਦੌਰਾਨ ਕੈਨੇਡਾ ਵਿੱਚ 277 ਫਾਇਰ ਆਰਮ ਰਿਲੇਟਡ ਹੋਮਿਸਾਈਡ ਦੇ ਮਾਮਲੇ ਸਾਹਮਣੇ ਆਏ ਸਨ, ਜੋ ਕਿ 2019 ਦੇ ਮੁਕਾਬਲੇ 6% ਵੱਧ ਦੱਸੇ ਗਏ। ਹੁਣ ਲਗਾਤਾਰ ਦੂਸਰਾ ਸਾਲ ਹੈ ਜਦੋਂ ਇਸ ਤਰ੍ਹਾਂ ਦੇ ਮਾਮਲਿਆਂ ਵਿੱਚ ਕੈਨੇਡਾ ਅੰਦਰ ਵਾਧਾ ਦਰਜ ਕੀਤਾ ਜਾ ਰਿਹਾ ਹੋਵੇ। ਕੈਨੇਡਾ ਦੇ ਇੱਕ ਸੂਬੇ ਵਿੱਚ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਕਮੀ ਆ ਗਈ, ਜਿਸ ਤੋਂ ਬਾਅਦ ਚੌਥਾ ਟੀਕਾ ਲਗਵਾਉਣ ਵਾਸਤੇ ਕਈ ਲੋਕਾਂ ਨੂੰ ਬਾਰਡਰ ਪਾਰ ਅਮਰੀਕਾ ਜਾਣਾ ਪੈ ਰਿਹਾ ਹੈ। ਦਰਅਸਲ ਇਹ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਸੂਬੇ ਤੋਂ ਸਾਹਮਣੇ ਆਈ, ਜਿੱਥੇ ਚੌਥਾ ਟੀਕਾ ਨਹੀਂ ਮਿਲ ਰਿਹਾ, ਜਿਸ ਤੋਂ ਬਾਅਦ ਹੁਣ ਕਈ ਲੋਕ ਅਮਰੀਕਾ ਵਿੱਚ ਜਾ ਕੇ ਇਹ ਦੂਸਰਾ ਬੂਸਟਰ ਡੋਜ਼ ਹਾਸਲ ਕਰ ਰਹੇ ਨੇ। ਕੈਨੇਡਾ ਵੱਲੋਂ ਕਹਿ ਤਾਂ ਦਿੱਤਾ ਗਿਆ ਕਿ ਚੌਥਾ ਕੋਵਿਡ-19 ਦਾ ਵੈਕਸੀਨ ਲਗਵਾ ਲਓ, ਪਰ ਇੱਥੇ ਕਈ ਸੂਬਿਆਂ ਵਿੱਚ ਇਹ ਚੌਥਾ ਕੋਵਿਡ-19 ਵੈਕਸੀਨ ਮਿਲ ਹੀ ਨਹੀਂ ਰਿਹਾ। ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਬਾਰਡਰ ਪਾਰ ਅਮਰੀਕਾ ਵਿੱਚ ਜਾ ਕੇ ਕੋਵਿਡ-19 ਵੈਕਸੀਨ ਦਾ ਦੂਸਰਾ ਬੂਸਟਰ ਡੋਜ਼ ਲਗਵਾ ਰਹੇ ਨੇ। ਇਹ ਜਾਣਕਾਰੀ ਬ੍ਰਿਟਿਸ਼ ਕੋਲੰਬੀਆ ਤੋਂ ਸਾਹਮਣੇ ਆਈ, ਜਿੱਥੇ ਦੂਸਰਾ ਬੂਸਟਰ ਡੋਜ਼ ਲਗਵਾਉਣ ਵਾਸਤੇ ਕਈ ਲੋਕਾਂ ਨੂੰ ਬਾਰਡਰ ਪਾਰ ਕਰਕੇ ਅਮਰੀਕਾ ਜਾਣਾ ਪੈ ਰਿਹਾ ਹੈ। ਕਈ ਲੋਕ ਇਸ ਬਾਰੇ ਆਪਣੀ ਪਰੇਸ਼ਾਨੀ ਦੱਸਦੇ ਹੋਏ ਦਿਖਾਈ ਦਿੱਤੇ ਕਿ ਕਿਵੇਂ ਉਹਨਾਂ ਦੇ ਦੇਸ਼ ਭਾਵ ਕਿ ਕੈਨੇਡਾ ਵਿੱਚ ਚੌਥੇ ਟੀਕੇ ਦੀ ਕਮੀ ਹੈ। ਜਾਣਕਾਰੀ ਮੁਤਾਬਕ 1,12,000 ਨੂੰ ਚੌਥਾ ਟੀਕਾ ਲਗਾ ਦਿੱਤਾ ਗਿਆ ਤੇ ਸੂਬੇ ਉਮੀਦ ਕਰ ਰਹੇ ਨੇ ਕਿ ਆਉਣ ਵਾਲੇ ਹਫ਼ਤਿਆਂ ਵਿੱਚ ਹੋਰ ਵੀ ਵੈਕਸੀਨ ਲਗਾਈ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਦੀ ਗੱਲ ਕੀਤੀ ਜਾਵੇ ਤਾਂ ਇੱਥੇ 70 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਦੂਸਰੇ ਬੂਸਟਰ ਡੋਜ਼ ਜਾਣੀ ਕਿ ਚੌਥੇ ਟੀਕੇ ਵਾਸਤੇ ਐਲੀਜੀਬਲ ਹਨ। 55 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਇੰਡੀਜੀਅਸ ਰੈਜ਼ੀਡੈਂਟਸ ਇਹ ਲਗਵਾ ਸਕਦੇ ਨੇ। ਇਹ ਟੀਕਾ ਲੌਂਗ ਟਰਮ ਕੇਅਰ ਹੋਮਸ ਵਾਸਤੇ ਵੀ ਰეკਮੈਂਡ ਕੀਤਾ ਗਿਆ, ਪਰ ਬਾਵਜੂਦ ਇਸ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਇਸ ਦੀ ਕਮੀ ਨਜ਼ਰ ਆ ਰਹੀ ਹੈ, ਜਿਸ ਤੋਂ ਬਾਅਦ ਹੁਣ ਅਮਰੀਕਾ ਵਿੱਚ ਜਾ ਕੇ ਉਹਨਾਂ ਨੂੰ ਜਾਣੀ ਕਿ ਕੁਝ ਲੋਕਾਂ ਨੂੰ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਵਾਉਣਾ ਪੈ ਰਿਹਾ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਵੱਖ-ਵੱਖ ਵੇਰੀਐਂਟਸ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਕਈ ਦੇਸ਼ਾਂ ਵਿੱਚ ਕੋਵਿਡ-19 ਵੈਕਸੀਨ ਦਾ ਦੂਸਰਾ ਬੂਸਟਰ ਡੋਜ਼ ਲਗਵਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਅਮਰੀਕਾ ਅਤੇ ਕੈਨੇਡਾ ਦੋਹਾਂ ਵਿੱਚ ਹੀ ਇਹ ਟੀਕਾ ਲਗਾਇਆ ਜਾ ਰਿਹਾ ਹੈ ਤੇ ਆਮ ਲੋਕਾਂ ਨੂੰ ਇਹ ਗੱਲ ਕਹੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹ ਵੀ ਇਹ ਕੋਵਿਡ-19 ਵੈਕਸੀਨ ਹਾਸਲ ਕਰ ਲੈਣ। 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ। ਅਮਰੀਕਾ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ, ਜਿੱਥੇ FDA ਵੱਲੋਂ ਇਸ ਨੂੰ ਮਾਨਤਾ ਦੇ ਦਿੱਤੀ ਗਈ ਹੈ। ਹੁਣ ਇਹ ਗੱਲ CDC ਤੱਕ ਪਹੁੰਚ ਗਈ ਹੈ। ਜੇਕਰ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਏਗੀ। ਸ਼ਰਤ ਰੱਖੀ ਗਈ ਹੈ ਕਿ ਇਸ ਵਿੱਚ ਜਾਣੀ ਕਿ ਦੂਸਰੀ ਵੈਕਸੀਨ ਅਤੇ ਬੂਸਟਰ ਡੋਜ਼ ਵਿੱਚ 5 ਮਹੀਨੇ ਦਾ ਸਮਾਂ ਹੋਣਾ ਚਾਹੀਦਾ ਹੈ। ਹੁਣ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੀ ਬੂਸਟਰ ਡੋਜ਼ ਲਗਾਈ ਜਾਵੇਗੀ। FDA ਵੱਲੋਂ ਫਾਈਜ਼ਰ ਕੋਵਿਡ-19 ਬੂਸਟਰ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੀ ਹਾਂ, 5 ਸਾਲ ਤੋਂ 11 ਸਾਲ ਵਾਲਿਆਂ ਬੱਚਿਆਂ ਲਈ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਵੱਲੋਂ ਫਾਈਜ਼ਰ ਦੇ ਬੂਸਟਰ ਡੋਜ਼ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਹੁਣ ਇਸ ਉਮਰ ਵਰਗ ਦੇ ਬੱਚਿਆਂ ਨੂੰ ਕੋਵਿਡ-19 ਵੈਕਸੀਨ ਦੇ ਦੂਸਰੇ ਸ਼ਾਟ ਦੇ 5 ਮਹੀਨੇ ਬਾਅਦ ਬੂਸਟਰ ਸ਼ਾਟ ਲਗਾਇਆ ਜਾ ਸਕੇਗਾ। ਇਸ ਬਾਰੇ FDA ਵੱਲੋਂ ਸਟੇਟਮੈਂਟ ਰਾਹੀਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਬੂਸਟਰ ਸ਼ਾਟ 10 ਮਾਈਕਰੋਗ੍ਰਾਮ ਦਾ ਹੈ। FDA ਵੱਲੋਂ ਜਿਹੜਾ ਆਪਣਾ ਫੈਸਲਾ ਸੁਣਾਇਆ ਗਿਆ, ਇਸ ਤੋਂ ਬਾਅਦ ਇਹ ਫੈਸਲਾ ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਤੱਕ ਜਾਏਗਾ, ਜਿੱਥੇ ਉਹ ਇਸ ਬੂਸਟਰ ਡੋਜ਼ ਸੰਬੰਧੀ ਆਪਣੀ ਰეკਮੈਂਡੇਸ਼ਨ ਜਾਰੀ ਕਰਨਗੇ। ਇਸ ਦੇ ਨਾਲ ਹੀ ਦੱਸ ਦਈਏ ਕਿ CDC ਵੱਲੋਂ ਜੋ ਕੋਵਿਡ-19 ਵੈਕਸੀਨ ਬਾਰੇ ਅੰਕੜਾ ਪੇਸ਼ ਕੀਤਾ ਗਿਆ, ਉਸ ਵਿੱਚ ਦੱਸਿਆ ਗਿਆ ਹੈ
ਕਿ 28 ਮਿਲੀਅਨ 5 ਤੋਂ 11 ਸਾਲ ਵਾਲੇ ਬੱਚੇ ਅਮਰੀਕਾ ਵਿੱਚ ਅਜਿਹੇ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ 2 ਡੋਜ਼ ਲਗਵਾ ਲਏ ਹਨ ਤੇ ਜੇਕਰ ਹੁਣ ਅਮਰੀਕਾ ਵਿੱਚ ਇਸ ਬੂਸਟਰ ਡੋਜ਼ ਨੂੰ ਮਾਨਤਾ ਦੇ ਦਿੱਤੀ ਗਈ ਤਾਂ ਇਹ ਸਾਰੇ ਬੱਚੇ ਬੂਸਟਰ ਸ਼ਾਟ ਲਗਾਉਣ ਵਾਸਤੇ ਐਲੀਜੀਬਲ ਹੋਣਗੇ, ਪਰ ਸ਼ਰਤ ਹੈ ਕਿ ਦੂਸਰੇ ਸ਼ਾਟ ਦੇ 5 ਮਹੀਨੇ ਬਾਅਦ ਹੀ ਬੂਸਟਰ ਡੋਜ਼ ਲਗਾਇਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਫਾਈਜ਼ਰ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਉੱਪਰ ਬੂਸਟਰ ਸੰਬੰਧੀ ਜੋ ਟ੍ਰਾਇਲ ਕਰਵਾਇਆ ਗਿਆ, ਇਸ ਦੇ ਨਤੀਜੇ ਉਹਨਾਂ ਨੇ ਅਪ੍ਰੈਲ ਮਹੀਨੇ ਵਿੱਚ ਸਾਂਝੇ ਕੀਤੇ ਸੀ, ਜਿੱਥੇ ਗੱਲ ਕਹੀ ਗਈ ਸੀ ਕਿ FDA ਤੋਂ ਜਲਦ ਹੀ ਇਸ ਉਮਰ ਵਰਗ ਵਾਸਤੇ ਬੂਸਟਰ ਡੋਜ਼ ਸੰਬੰਧੀ ਮਨਜ਼ੂਰੀ ਮੰਗੀ ਜਾਵੇਗੀ ਤੇ FDA ਵੱਲੋਂ ਇਸ ਨੂੰ ਮਨਜ਼ੂਰ ਕਰ ਲਿਆ ਗਿਆ ਹੈ। ਟਰੱਕ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਤੋਂ ਬਾਅਦ ਸੜਕ ਤੇ ਆਂਡੇ ਖਿਲਰੇ ਹੋਏ ਦਿਖਾਈ ਦਿੱਤੇ। ਇਹ ਟਰੱਕ ਵਿੱਚ ਆਂਡਿਆਂ ਦਾ ਲੋਡ ਲੱਦਿਆ ਹੋਇਆ ਸੀ। ਜਦੋਂ ਟਰੱਕ ਹਾਦਸੇ ਦਾ ਸ਼ਿਕਾਰ ਹੋਇਆ ਤਾਂ ਫਿਰ ਸੜਕ ਦੇ ਜਿਹੜੇ ਹਾਲਾਤ ਸਨ, ਉਸ ਦੀਆਂ ਤਸਵੀਰਾਂ ਵੀ ਵਾਇਰਲ ਹੋ ਗਈਆਂ। ਅਮਰੀਕਾ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਫ੍ਰੀਵੇ ਤੇ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਸੜਕ ਤੇ ਵੱਡੀ ਗਿਣਤੀ ਵਿੱਚ ਟੁੱਟੇ ਹੋਏ ਆਂਡੇ ਦਿਖਾਈ ਦਿੱਤੇ। ਦਰਅਸਲ ਇਹ ਟਰੱਕ ਆਂਡਿਆਂ ਦਾ ਲੋਡ ਲੈ ਕੇ ਜਾ ਰਿਹਾ ਸੀ ਜਿਸ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ। ਇਹ ਮਾਮਲਾ ਡਾਲਸ ਨਾਲ ਸੰਬੰਧਿਤ ਦੱਸਿਆ ਜਾ ਰਿਹਾ ਹੈ, ਜਿੱਥੇ ਵੱਡੀ ਗਿਣਤੀ ਵਿੱਚ ਆਂਡੇ ਨੁਕਸਾਨੇ ਗਏ। ਇਸ ਬਾਰੇ ਲੋਕਲ ਰਿਪੋਰਟਸ ਰਾਹੀਂ ਜਾਣਕਾਰੀ ਸਾਂਝੀ ਕੀਤੀ ਗਈ, ਜਿੱਥੇ ਦੱਸਿਆ ਗਿਆ ਕਿ ਇਹ ਹਾਦਸਾ ਤੜਕੇ 4 ਵਜੇ ਦੇ ਕਰੀਬ ਵਾਪਰਿਆ। ਵੱਡੇ ਟਰੱਕ ਵਿੱਚ 35,000 ਪਾਉਂਡ ਆਂਡੇ ਲੱਦੇ ਹੋਏ ਸਨ। ਇਸ ਦੌਰਾਨ ਟਰੱਕ ਓਵਰਪਾਸ ਬ੍ਰਿਜ ਨਾਲ ਟਕਰਾ ਗਿਆ। ਮੌਕੇ ਦੀਆਂ ਤਸਵੀਰਾਂ ਵੀ ਲਗਾਤਾਰ ਸਾਹਮਣੇ ਆ ਰਹੀਆਂ ਨੇ। ਸੋਸ਼ਲ ਮੀਡੀਆ ਉੱਪਰ ਵੀ ਇਹ ਤਸਵੀਰਾਂ ਵਾਇਰਲ ਹੋ ਰਹੀਆਂ ਨੇ, ਜਿਸ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਹਰ ਪਾਸੇ ਖਿਲਰੇ ਹੋਏ ਆਂਡੇ ਦਿਖਾਈ ਦੇ ਰਹੇ ਨੇ। ਅਥਾਰਟੀਜ਼ ਵੱਲੋਂ ਹੁਣ ਤੱਕ ਇਸ ਬਾਰੇ ਜਿਹੜੀ ਡਿਟੇਲ ਦਿੱਤੀ ਗਈ, ਉਸ ਵਿੱਚ ਦੱਸਿਆ ਗਿਆ ਕਿ ਡਰਾਈਵਰ ਨੂੰ ਕੋਈ ਵੀ ਨੁਕਸਾਨ ਨਹੀਂ ਪਹੁੰਚਿਆ, ਭਾਵ ਕਿ ਉਹ ਜ਼ਖਮੀ ਹੋਣ ਤੋਂ ਬਚ ਗਿਆ। ਇਸ ਤੋਂ ਇਲਾਵਾ ਹੋਰ ਵੀ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਡਿਟੇਲ ਸਾਹਮਣੇ ਨਹੀਂ ਆਈ, ਜੋ ਕਿ ਇੱਕ ਰਾਹਤ ਦੀ ਖਬਰ ਹੈ। ਮੌਕੇ ਵਾਲੀ ਥਾਂ ਤੇ ਕ੍ਰਿਊਜ਼ ਵੱਲੋਂ ਲਗਾਤਾਰ ਕੰਮ ਕੀਤਾ ਗਿਆ ਤਾਂ ਕਿ ਇੱਥੇ ਖਿਲਰੇ ਹੋਏ ਆਂਡਿਆਂ ਨੂੰ ਹਟਾਇਆ ਜਾਵੇ। ਫਿਲਹਾਲ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਇਹ ਹਾਦਸਾ ਕਿਵੇਂ ਵਾਪਰਿਆ। ਇਸ ਦੇ ਕਾਰਨ ਪਤਾ ਲਗਾਉਣ ਦੀ ਪੁਲਿਸ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਜਾਰੀ ਹੈ, ਜਿਸ ਤੋਂ ਬਾਅਦ ਬਾਕੀ ਦੀ ਅਪਡੇਟ ਦਿੱਤੀ ਜਾਵੇਗੀ। ਓਨਟਾਰੀਓ ਸੂਬੇ ਦੇ ਵਿੱਚ ਹਸਪਤਾਲ ਅੰਦਰ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ ਜਿਨ੍ਹਾਂ ਦਾ ਕੋਰੋਨਾ ਵਾਇਰਸ ਕਾਰਨ ਇਲਾਜ ਚੱਲ ਰਿਹਾ ਹੈ। ਇੱਥੇ ਹਸਪਤਾਲ ਵਿੱਚ 1345 ਮਰੀਜ਼ਾਂ ਦਾ ਅੰਕੜਾ ਸਾਂਝਾ ਕੀਤਾ ਗਿਆ ਤੇ ਇੰਟੈਂਸਿਵ ਕੇਅਰ ਅਧੀਨ 165 ਦੱਸੇ ਜਾ ਰਹੇ ਹਨ। ਸੂਬੇ 'ਚ 24 ਘੰਟਿਆਂ ਦੌਰਾਨ 1000 ਤੋਂ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਗਏ। ਬੀਤੇ 24 ਘੰਟਿਆਂ ਦੌਰਾਨ ਇੱਥੇ 1028 ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਸਾਹਮਣੇ ਆਏ ਹਨ। ਪ੍ਰੋਵਿੰਸ ਵਿੱਚ ਕੁੱਲ ਕੋਰੋਨਾ ਵਾਇਰਸ ਦੇ ਮਾਮਲਿਆਂ ਦਾ ਅੰਕੜਾ 12,88,557 ਦਰਜ ਕੀਤਾ ਗਿਆ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਕਾਰਨ 11 ਮੌਤਾਂ ਹੋ ਗਈਆਂ, ਜਿਸ ਤੋਂ ਬਾਅਦ ਹੁਣ ਤੱਕ ਦਾ ਮੌਤਾਂ ਦਾ ਅੰਕੜਾ 13,083 ਤੇ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 12,57,204 ਦੱਸੀ ਗਈ ਤੇ ਬੀਤੇ 24 ਘੰਟਿਆਂ ਦੌਰਾਨ 1,965 ਮਰੀਜ਼ ਕੋਰੋਨਾ ਵਾਇਰਸ ਤੋਂ ਠੀਕ ਹੋਏ ਹਨ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 12 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91.2% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੇ 2 ਟੀਕੇ, 93.1% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦਾ 1 ਟੀਕਾ, 56.8% ਵੱਲੋਂ ਕੋਵਿਡ-19 ਵੈਕਸੀਨ ਦੇ 3 ਟੀਕੇ ਲਗਵਾਏ ਗਏ। 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 56.5% ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 35.9% ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ਸ ਲਗਵਾਈਆਂ ਗਈਆਂ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 10.3% ਦੱਸਿਆ ਗਿਆ, ਜੋ ਕਿ ਪਿਛਲੇ ਹਫ਼ਤੇ 12.4% ਰਿਕਾਰਡ ਕੀਤਾ ਗਿਆ ਸੀ। ਕਿਊਬਿਕ ਪ੍ਰੋਵਿੰਸ ਵਿੱਚ ਹਸਪਤਾਲ ਅੰਦਰ 1000 ਤੋਂ ਵੱਧ ਮਰੀਜ਼ ਨੇ। ਹਸਪਤਾਲ ਵਿੱਚ 1634 ਦਾ ਇਲਾਜ ਚੱਲ ਰਿਹਾ ਤੇ ਇੰਟੈਂਸਿਵ ਕੇਅਰ ਅਧੀਨ 54 ਦੱਸੇ ਜਾ ਰਹੇ ਨੇ। ਪ੍ਰੋਵਿੰਸ ਵਿੱਚ 24 ਘੰਟੇ ਦੌਰਾਨ 1000 ਤੋਂ ਘੱਟ ਮਾਮਲੇ ਸਾਹਮਣੇ ਆਏ। ਸੂਬੇ ਵਿੱਚ ਬੀਤੇ 24 ਘੰਟਿਆਂ ਦੌਰਾਨ 625 ਕੇਸਿਸ ਰਿਕਾਰਡ ਕੀਤੇ ਗਏ ਤੇ 14 ਮੌਤਾਂ ਕੋਰੋਨਾ ਵਾਇਰਸ ਕਾਰਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 10,58,691 ਕੁੱਲ ਕੋਰੋਨਾ ਦੇ ਮਾਮਲੇ ਸਾਹਮਣੇ ਆਏ। 15,298 ਮੌਤਾਂ ਕੋਰੋਨਾ ਵਾਇਰਸ ਕਾਰਨ ਹੁਣ ਤੱਕ ਹੋ ਗਈਆਂ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 5 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਵਿੱਚ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55 ਵੱਲੋਂ 3 ਟੀਕੇ ਤੇ 13% ਵੱਲੋਂ 4 ਟੀਕੇ ਲਗਵਾ ਲਏ ਗਏ ਨੇ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਆਉਣ ਦੇ ਕਈ ਤਰੀਕੇ, ਜਾਣੋ ਕਿਵੇਂ ਆ ਸਕਦੇ ਹੋ ਕੈਨੇਡਾ ਦੇ ਸੂਬੇ ਵਿੱਚ 1 ਲੱਖ ਤੋਂ ਵੱਧ ਘਰ ਬਣਾਉਣ ਦੀ ਯੋਜਨਾ 2030 ਤੱਕ ਰੱਖਿਆ ਇਸ ਦਾ ਟੀਚਾ। ਪ੍ਰਿੰਸ ਚਾਰਲਸ ਅਤੇ ਕੈਮਲਾ ਪਹੁੰਚੇ ਕੈਨੇਡਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਸਵਾਗਤ। ਮੈਰੀ ਸਾਈਮਨ ਦੀ ਪ੍ਰਿੰਸ ਨੂੰ ਅਪੀਲ, ਕਿਹਾ ਮੂਲ ਨਿਵਾਸੀਆਂ ਦੀ ਸੁਣੋ ਕਹਾਣੀ। ਖਬਰਾਂ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।